हम सर दीन दयाल न तुम सर अब पतियार क्या कीजै। बचनी तोर मोर मन मानै जन को पूरन दीजै। हाँ बल बल जाऊं रमैया कारने कारण कवन अबोल। बहुत जन्म विछरे थे माधो यह जन्म तुम्हारे लिखे। कह रविदास आस लग जीवो चिर पयो दर्शन देखे। ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੀ ਗੁਰਬਾਣੀ ਦੇ ਵਿੱਚ ਫਰਮਾਉਂਦੇ ਹਨ ਕਿ ਐਸੀ ਲਾਲ ਤੁਝ ਬਿਨ ਕੌਣ ਕਰੈ, ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਧਰੈ। ਕਿ ਸਤਿਗੁਰੂ ਜੀ ਆਪ ਹੀ ਹੋ ਜੋ ਕਿਰਪਾ ਕਰਕੇ ਇੱਕ ਗਰੀਬ ਦੇ ਸਿਰ ਤੇ ਛਤਰ ਝੁਲਾ ਸਕਦੇ ਹੋ। ਇਤਿਹਾਸ ਦੇ ਵਿੱਚ ਵੀ ਇਹੀ ਆਉਂਦਾ ਹੈ ਕਿ ਕਾਸ਼ੀ ਦੇ ਵਿੱਚ ਜਦੋਂ ਰਵਿਦਾਸ ਮਹਾਰਾਜ ਜੀ ਰਹਿੰਦੇ ਸਨ ਤਾਂ ਉੱਥੇ ਦੇ ਜੋ ਪੰਡਿਤ ਸਨ, ਬ੍ਰਾਹਮਣ ਸਨ, ਉਹ ਆਪਣੀ ਉੱਚੀ ਜਾਤ ਦਾ ਬਹੁਤ ਜ਼ਿਆਦਾ ਗੁਮਾਨ ਕਰਦੇ ਸਨ ਅਤੇ ਉਹਨਾਂ ਨੂੰ ਪਤਾ ਸੀ ਕਿ ਰਵਿਦਾਸ ਜੀ ਜੁੱਤੀਆਂ ਗੰਢਣ ਦਾ ਕੰਮ ਕਰਦੇ ਹਨ। ਕਹਿੰਦੇ ਵੀ 10 ਫੁੱਟ ਤੋਂ ਕਈ ਵਾਰੀ ਜੁੱਤੀ ਸਿੱਟ ਦਿੰਦੇ ਸਨ ਕਿ ਤੂੰ ਸਾਨੂੰ ਗੰਢ ਕੇ ਦੇ। ਅਤੇ ਜੋ ਉੱਥੇ ਨਦੀ ਵਗਦੀ ਸੀ, ਰਵਿਦਾਸ ਜੀ ਨੂੰ ਉੱਥੇ ਇਸ਼ਨਾਨ ਵੀ ਨਹੀਂ ਕਰਨ ਦਿੱਤਾ ਜਾਂਦਾ ਸੀ, ਕਿਉਂਕਿ ਪੰਡਿਤ ਤੇ ਬ੍ਰਾਹਮਣ ਰਵਿਦਾਸ ਜੀ ਨੂੰ ਨੀਵੀਂ ਜਾਤ ਦਾ ਮੰਨਦੇ ਸਨ ਕਿ ਇਹ ਨੀਵੀਂ ਜਾਤ ਦਾ ਹੈ, ਇਹ ਨੀਚ ਜਾਤ ਦਾ ਹੈ। ਹਾਲਾਂਕਿ ਜੋ ਨਦੀ ਦਾ ਪਾਣੀ ਸੀ, ਵਹਾਅ ਸੀ, ਉਹ ਚੱਲਦਾ ਰਹਿੰਦਾ ਸੀ, ਕਿਉਂਕਿ ਜੇ ਪੁੱਛਣ ਵਾਲਾ ਹੋਵੇ ਕਿ ਜੇਕਰ ਪਾਣੀ ਖੜਿਆ ਹੋਇਆ ਹੈ, ਜੇ ਕੋਈ ਇਨਸਾਨ ਨਹਾਏਗਾ ਤਾਂ ਉਹ ਮੈਲਾ ਹੋਏਗਾ। ਜਦੋਂ ਪਾਣੀ ਦਾ ਵਹਾਅ ਚੱਲ ਹੀ ਰਿਹਾ ਹੈ ਤਾਂ ਫਿਰ ਪਾਣੀ ਕਿਵੇਂ ਮੈਲਾ ਹੋਏਗਾ। ਸੋ ਇੱਕ ਅਜਿਹੀ ਸਾਖੀ ਜੋ ਰਵਿਦਾਸ ਭਗਤੀ ਮਹਾਰਾਜ ਜੀ ਦੀ ਹੈ। ਜਦੋਂ ਮਹਾਰਾਜ ਜੀ ਕਾਸ਼ੀ ਦੇ ਵਿੱਚ ਰਹਿੰਦੇ ਸਨ, ਉਹਨਾਂ ਦੀ ਭਗਤੀ ਕਹਿ ਲਓ ਪ੍ਰਗਟ ਹੋ ਗਈ, ਕਿਉਂਕਿ ਕੰਚ ਦੀ ਜੋ ਕਹਿ ਸਕਦੇ ਹਾਂ ਕਿ ਚਮਕ ਹੈ, ਸ਼ਾਇਦ ਇੰਨੀ ਨਹੀਂ ਹੁੰਦੀ ਜਿਹਦੇ ਨਾਲ ਕੋਈ ਪ੍ਰਭਾਵਿਤ ਹੋ ਸਕੇ, ਪਰ ਜੋ ਹੀਰੇ ਦੀ ਚਮਕ ਹੈ ਉਹਦੀ ਚਮਕ ਵੱਖਰੀ ਹੁੰਦੀ ਹੈ। ਉਹ ਇਸੇ ਤਰ੍ਹਾਂ ਹੀ ਰਵਿਦਾਸ ਭਗਤ ਜੀ ਦੀ ਆਪਾਂ ਅੱਜ ਇੱਕ ਸਾਖੀ ਬਾਰੇ ਵਿਚਾਰ ਕਰਾਂਗੇ। ਜਦੋਂ ਸਤਿਗੁਰੂ ਜੀ ਕਾਸ਼ੀ ਦੇ ਵਿੱਚ ਜੀਵਨ ਬਤੀਤ ਕਰ ਰਹੇ ਸਨ ਤਾਂ ਸਾਰੀ ਕਾਸ਼ੀ ਦੇ ਵਿੱਚ ਇਹ ਗੱਲ ਫੈਲ ਗਈ ਸੀ ਕਿ ਇਹ ਕੋਈ ਆਮ ਇਨਸਾਨ ਨਹੀਂ, ਭਾਵੇਂ ਕਿ ਇਹ ਇੱਕ ਕਾਨਿਆਂ ਦੀ ਛੱਤ ਥੱਲੇ ਰਹਿੰਦੇ ਹਨ, ਪਰ ਬੰਦਗੀ ਪੱਖੋਂ ਇਹ ਪ੍ਰਮਾਤਮਾ ਦੇ ਨਾਲ ਜੁੜੇ ਹੋਏ ਹਨ। ਕਈ ਤਰ੍ਹਾਂ ਦੇ ਵਾਦ ਵਿਵਾਦ ਵੀ ਹੋਏ, ਪਰ ਰਵਿਦਾਸ ਮਹਾਰਾਜ ਜੀ ਆਪਣਾ ਜੁੱਤੀਆਂ ਗੰਢਣ ਦਾ ਕੰਮ ਵੀ ਕਰਦੇ ਸਨ ਤੇ ਨਾਲ ਉਸ ਸਤਿਗੁਰੂ ਦੀ, ਅਕਾਲ ਪੁਰਖ ਦੀ ਉਸਤਤ ਕਰਦੇ ਰਹਿੰਦੇ ਸਨ, ਭਗਤੀ ਦੇ ਵਿੱਚ ਵੀ ਲੀਨ ਰਹਿੰਦੇ ਸਨ। ਜਦੋਂ ਚਿਤੌੜਗੜ੍ਹ ਦੇ ਰਾਜੇ ਰਿਆਸਤ ਦੇ ਵਿੱਚ ਇਹ ਗੱਲ ਪਹੁੰਚੀ ਕਿ ਇੱਕ ਰਵਿਦਾਸ ਨਾਮ ਦਾ ਜੋ ਵਿਅਕਤੀ ਹੈ ਉਹ ਕਾਸ਼ੀ ਦੇ ਵਿੱਚ ਰਹਿੰਦਾ ਹੈ, ਜਿਸ ਨੂੰ ਕਿ ਬ੍ਰਹਮ ਦਾ ਗਿਆਨ ਹੈ, ਪਰਮਾਤਮਾ ਦੇ ਨਾਲ ਉਸ ਦਾ ਅਥਾਹ ਰਿਸ਼ਤਾ ਹੈ, ਪਰਮਾਤਮਾ ਦੇ ਉਸਨੇ ਦਰਸ਼ਨ ਕਰੇ ਹਨ, ਤਾਂ
ਉਸ ਦੀ ਇੱਛਾ ਜਾਗੀ ਵੀ ਕਿਉਂ ਨਾ ਅਜਿਹੇ ਵਿਅਕਤੀ ਨੂੰ ਮਿਲਿਆ ਜਾਏ। ਜਦੋਂ ਉਹ ਰਿਆਸਤ ਤੋਂ ਰਵਿਦਾਸ ਜੀ ਨੂੰ ਮਿਲਣ ਲਈ ਤੁਰਿਆ ਤਾਂ ਰਸਤੇ ਦੇ ਵਿੱਚ ਉਸ ਦੇ ਮਨ ਵਿੱਚ ਇਹ ਖਿਆਲ ਤੇ ਵਿਚਾਰ ਆ ਰਹੇ ਸਨ ਕਿ ਜੋ ਇਨਸਾਨ ਪਰਮਾਤਮਾ ਦੇ ਦਰਸ਼ਨ ਕਰ ਬੈਠਾ ਹੈ, ਜਿਸ ਨੂੰ ਮੈਂ ਮਿਲਣ ਜਾ ਰਿਹਾ ਹਾਂ, ਪਤਾ ਨਹੀਂ ਉਸ ਦਾ ਕਿੱਡਾ ਬੜਾ ਮਹਿਲ ਹੋਏਗਾ, ਰਾਜੇ ਰਾਣੀਆਂ ਉਹਦੇ ਅੱਗੇ ਪਿੱਛੇ ਹੋਣਗੇ, ਪਤਾ ਨਹੀਂ ਕਿੰਨੇ ਉਹਦੇ ਨੌਕਰ ਚਾਕਰ, ਕਿਸ ਏਰੀਏ ਤੱਕ ਉਸ ਦੀ ਰਿਆਸਤ ਹੈ ਜੋ ਫੈਲੀ ਹੋਈ ਹੋਵੇਗੀ। ਪਰ ਜਦੋਂ ਉਸ ਨੇ ਆ ਕੇ ਕਾਸ਼ੀ ਦੇ ਵਿੱਚ ਸਤਿਗੁਰੂ ਜੀ ਦੇ ਦਰਸ਼ਨ ਕੀਤੇ, ਕੀ ਦੇਖਦਾ ਹੈ ਕਿ ਸਤਿਗੁਰੂ ਮਹਾਰਾਜ ਭਗਤ ਰਵਿਦਾਸ ਜੀ ਆਪਣਾ ਜੁੱਤੀਆਂ ਗੰਢਣ ਦਾ ਕੰਮ ਆਪਣੀ ਜੋ ਕਾਨਿਆਂ ਦੀ ਛੱਤ ਸੀ ਉਸ ਥੱਲੇ ਬੈਠ ਕੇ ਆਪਣਾ ਕਰ ਰਹੇ ਹਨ ਤੇ ਨਾਲ ਨਾਲ ਪ੍ਰਮਾਤਮਾ ਦਾ ਨਾਮ ਸਿਮਰ ਰਹੇ ਹਨ। ਉਸ ਨੇ ਜਾ ਕੇ ਕੋਈ ਨਮਸਕਾਰ ਨਹੀਂ ਕੀਤੀ। ਉਸ ਨੇ ਕਿਹਾ ਕਿ ਮੈਂ ਚਿਤੌੜਗੜ੍ਹ ਦਾ ਰਾਜਾ ਹਾਂ, ਮੈਂ ਬੜਾ ਆਪ ਜੀ ਬਾਰੇ ਸੁਣਿਆ ਹੈ ਕਿ ਤੁਹਾਨੂੰ ਬ੍ਰਹਮ ਦਾ ਗਿਆਨ ਹੈ, ਤੁਸੀਂ ਪ੍ਰਮਾਤਮਾ ਦੇ ਦਰਸ਼ਨ ਕੀਤੇ ਹਨ। ਰਵਿਦਾਸ ਜੀ ਨੂੰ ਕੋਈ ਹੰਕਾਰ ਨਹੀਂ ਸੀ ਕਿ ਮੈਂ ਪਰਮਾਤਮਾ ਦੇ ਦਰਸ਼ਨ ਕਰ ਲਏ ਹਨ ਜਾਂ ਮੈਂ ਉਹਨਾਂ ਵਿੱਚ ਅਭੇਦ ਹੋ ਗਿਆ ਹਾਂ। ਉਹਨਾਂ ਅੰਦਰ ਨਿਮਰਤਾ ਸੀ। ਉਹ ਕਹਿੰਦੇ ਵੀ ਰਾਜਨ, ਤੂੰ ਚਾਹੁੰਦਾ ਕੀ ਹੈ? ਹਾਲਾਂਕਿ ਰਵਿਦਾਸ ਮਹਾਰਾਜ ਜੀ ਜਾਣਦੇ ਸਨ ਕਿ ਇਹ ਕਿਸ ਭਾਵਨਾ ਨਾਲ ਆਇਆ ਹੈ, ਪਰ ਉਹਨਾਂ ਨੇ ਉਸ ਦੇ ਮੂੰਹ ਤੋਂ ਸੁਣਨਾ ਚਾਹਿਆ। ਉਹ ਕਹਿੰਦਾ ਜੀ ਬਸ ਮੈਂ ਪ੍ਰਮਾਤਮਾ ਦੇ ਦਰਸ਼ਨ ਕਰਨੇ ਨੇ, ਮੈਨੂੰ ਪ੍ਰਮਾਤਮਾ ਦੇ ਦਰਸ਼ਨ ਕਰਾ ਦਿਓ। ਰਵਿਦਾਸ ਮਹਾਰਾਜ ਜੀ ਖੁਸ਼ ਹੋ ਕੇ ਕਹਿੰਦੇ ਹਨ ਕਿ ਰਾਜਨ ਹੁਣੇ ਹੀ ਕਰਨੇ ਨੇ? ਉਹ ਕਹਿੰਦਾ ਜੀ ਹੁਣੇ ਹੋ ਜਾਣਗੇ। ਸਤਿਗੁਰੂ ਜੀ ਕਹਿੰਦੇ ਕਿ ਤੂੰ ਦੱਸ, ਹੁਣੇ ਕਰਨੇ ਨੇ, ਹੁਣੇ ਕਰਵਾ ਦਿੰਦੇ ਆ। ਉਹ ਕਹਿੰਦਾ ਜੀ ਹੋ ਸਕਦਾ? ਉਹ ਸਤਿਗੁਰੂ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਵੀ ਜੋ ਫਰਮਾਇਆ ਹੈ ਕਿ ਸਤਿਗੁਰੂ ਜੀ ਕਹਿੰਦੇ ਕਿ ਕਹਿ ਰਵਿਦਾਸ ਹੱਥ ਪੈ ਨੇਰੈ ਸਹਿਜੇ ਹੋਏ ਸੋਹੀ। ਗੁਰਬਾਣੀ ਦੇ ਵਿੱਚ ਵੀ ਰਵਿਦਾਸ ਭਗਤ ਜੀ ਨੇ ਲਿਖਿਆ ਹੈ ਕਿ ਪ੍ਰਮਾਤਮਾ ਤਾਂ ਮੇਰੇ ਹੱਥ ਤੋਂ ਵੀ ਨੇੜੇ ਹੈ, ਇੰਨਾ ਨਜ਼ਦੀਕ ਹੈ, ਤੂੰ ਸੋਚ ਵੀ ਨਹੀਂ ਸਕਦਾ। ਉਹ ਕਹਿੰਦਾ ਜੀ ਫਿਰ ਦਰਸ਼ਨ ਕਰਾ ਦਿਓ, ਮੈਂ ਤਾਂ ਦਰਸ਼ਨ ਕਰਨ ਲਈ ਆਇਆ ਹਾਂ। ਉਹ ਕਹਿੰਦੇ ਫਿਰ ਬੈਠ ਜਾ। ਕਹਿੰਦੇ ਐਂ ਕਰ, ਉਹਨਾਂ ਦੇ ਕੋਲ ਇੱਕ ਪੁਰਾਣਾ ਜੋ ਬਰਤਨ ਸੀਗਾ, ਮਿੱਟੀ ਦਾ ਭਾਂਡਾ ਸੀਗਾ, ਉਹਦੇ ਵਿੱਚ ਪਾਣੀ ਪਾਇਆ ਹੋਇਆ ਸੀ। ਆਪ ਜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੋਚੀ ਦੇ ਕੋਲ ਜੋ ਪੁਰਾਣੀਆਂ ਬੱਦਰੀਆਂ ਚਮੜੇ ਦਾ ਹੁੰਦਾ ਹੈ, ਉਸ ਪਾਣੀ ਦੇ ਵਿੱਚ ਪਾ ਕੇ ਰੱਖ ਦਿੰਦਾ ਹੈ। ਤੇ ਸਤਿਗੁਰੂ ਜੀ ਨੇ ਕਿਹਾ ਐਂ ਕਰ ਰਾਜਨ, ਦੋਵੇਂ ਹੱਥ ਅੱਗੇ ਕਰੋ, ਪਹਿਲਾਂ ਤੈਨੂੰ ਪ੍ਰਸ਼ਾਦ ਦੇ ਦਈਏ। ਉਹਨੇ ਦੋਨੇ ਹੱਥ ਅੱਗੇ ਕੀਤੇ। ਸਤਿਗੁਰੂ ਜੀ ਨੇ ਕੀ ਕੀਤਾ, ਉਹ ਪਾਣੀ ਉਹਦੀਆਂ ਹੱਥਾਂ ਦੀਆਂ ਦੋਨਾਂ ਦੀਆਂ ਉਂਗਲਾਂ ਦੇ ਵਿੱਚ ਪਾ ਦਿੱਤਾ ਤੇ ਰਾਜਨ ਨੂੰ ਕਹਿੰਦੇ ਕਿ ਰਾਜਨ, ਇਸ ਨੂੰ ਪ੍ਰਸ਼ਾਦ ਸਮਝ ਕੇ ਛਕ ਲਵੋ। ਤੇ ਰਾਜੇ ਦੀ ਇੰਨੀ ਕੋਈ ਸ਼ਰਧਾ ਜਾਂ ਭਾਵਨਾ ਨਹੀਂ ਸੀ, ਕਿਉਂਕਿ ਇੱਕ ਤਰਕ ਦੇ ਆਧਾਰ ਤੇ ਰਵਿਦਾਸ ਜੀ ਕੋਲ ਆਇਆ ਸੀ। ਉਹ ਜਦੋਂ ਤੱਕ ਉਸ ਦੇ ਕੋਲ ਪਹੁੰਚਦਾ, ਉਹ ਸਾਰਾ ਹੀ ਉਸ ਨੇ ਡੋਲ ਦਿੱਤਾ ਤੇ ਉਹਦੇ ਕੁਝ ਸਿੱਟੇ ਰਾਜੇ ਦੀ ਪੁਸ਼ਾਕ ਤੇ ਪੈ ਗਏ। ਤੇ ਉਹ ਕਹਿੰਦਾ ਕਿ ਤੁਸੀਂ ਮੇਰੇ ਨਾਲ ਮਜ਼ਾਕ ਕਰਦੇ ਹੋ, ਤੁਸੀਂ ਮੈਨੂੰ ਆਹ ਗੰਦਾ ਪਾਣੀ ਦੇ ਕੇ ਮੇਰਾ ਅਪਮਾਨ ਕਰ ਰਹੇ ਹੋ। ਰਵਿਦਾਸ ਮਹਾਰਾਜ ਜੀ ਕਹਿੰਦੇ ਕਿ ਰਾਜਨ, ਹਜੇ ਤੇਰੀ ਉਹ ਭਾਵਨਾ ਨਹੀਂ ਬਣੀ, ਦਰਸ਼ਨ ਤਾਂ ਤੈਨੂੰ ਅਸੀਂ ਅੱਜ ਹੀ ਕਰਵਾ ਦੇਣੇ ਸੀ। ਅੱਗੋਂ ਰਾਜਾ ਕੁਛ ਨਾ ਬੋਲਿਆ, ਵਾਪਸ ਆ ਗਿਆ ਆਪਣੇ ਸਿਆਸਤ ਦੇ ਵਿੱਚ, ਆਪਣੀ ਰਿਆਸਤ ਦੇ ਵਿੱਚ ਆ ਗਿਆ। ਉੱਥੇ ਆ ਕੇ ਰਾਣੀ ਨੂੰ ਕਹਿੰਦਾ ਕਿ ਜਿਹੜੇ ਮੇਰੇ ਕੱਪੜੇ ਨੇ ਇਹ ਧੋਬੀ ਨੂੰ ਦੇ ਦੇ ਤੇ ਉਸ ਤੋਂ ਵਾਪਸ ਨਹੀਂ ਲੈਣੇ। ਮੇਰੇ ਨਾਲ ਤਾਂ ਰਵਿਦਾਸ ਜੀ ਨੇ ਮਜ਼ਾਕ ਕਰ ਦਿੱਤਾ। ਜਦੋਂ ਉਹ ਕੱਪੜੇ ਧੋਬੀ ਦੇ ਕੋਲ ਧੋਣ ਲਈ ਚਲੇ ਗਏ ਤੇ ਧੋਬੀ ਆਪਣੀ ਘਰਵਾਲੀ ਨੂੰ ਜਾ ਕੇ ਕਹਿੰਦਾ ਹੈ ਕਿ
ਸਾਰੀ ਕਹਾਣੀ ਦੱਸਦਾ ਹੈ ਕਿ ਰਵਿਦਾਸ ਜੀ ਮਹਾਰਾਜ ਜੋ ਕਾਸ਼ੀ ਦੇ ਵਿੱਚ ਰਹਿੰਦੇ ਸਨ, ਉਹਨਾਂ ਨੂੰ ਰਾਜਾ ਮਿਲਣ ਲਈ ਗਿਆ ਸੀ। ਇਹ ਕੱਪੜੇ ਉਹਨਾਂ ਨੇ ਮੈਨੂੰ ਵਾਪਸ ਦੇ ਦਿੱਤੇ, ਕਿਉਂਕਿ ਇਸ ਦੇ ਉੱਪਰ ਆਪਾਂ ਦੇਖਦੇ ਹਾਂ ਕਿ ਜੋ ਚਮੜੇ ਦਾ ਪਾਣੀ ਹੁੰਦਾ ਹੈ, ਜਦੋਂ ਕਿਸੇ ਚੀਜ਼ ਦੇ ਉੱਪਰ ਡੁੱਲ ਜਾਂਦਾ ਹੈ ਤਾਂ ਉਹਦੇ ਛਿੱਟੇ ਉੱਥੇ ਹੀ ਰਹਿ ਜਾਂਦੇ ਹਨ, ਉਹਦਾ ਰੰਗ ਉਸ 'ਤੇ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਹੀ ਉਸ ਦਾ ਜੋ ਚਮੜੇ ਦੇ ਪਾਣੀ ਦਾ ਰੰਗ ਸੀ, ਉਹ ਉਸ ਵਸਤਰਾਂ ਦੇ ਉੱਪਰ ਰਾਜੇ ਦੇ ਲੱਗਿਆ ਰਹਿ ਗਿਆ। ਜਦੋਂ ਧੋਬੀ ਦੀ ਘਰਵਾਲੀ ਨੂੰ ਇਹ ਸਾਰੀ ਗੱਲ ਪਤਾ ਲੱਗੀ, ਧੋਬੀ ਨੇ ਜਦੋਂ ਕਿਹਾ ਕਿ ਚਲੋ ਵਧੀਆ, ਹੁਣ ਕੋਈ ਜਦੋਂ ਵਿਆਹ ਸ਼ਾਦੀ ਆਵੇਗਾ ਇਹ ਪੋਸ਼ਾਕ ਤੂੰ ਧੋ ਦੇ, ਮੈਂ ਇਸ ਨੂੰ ਕਿਸੇ ਵਿਆਹ ਸ਼ਾਦੀ 'ਤੇ ਪਾ ਲਿਆ ਕਰਾਂਗਾ। ਜਦੋਂ ਧੋਬਣ ਉਸ ਨੂੰ ਧੋਣ ਲੱਗੀ ਤਾਂ ਜਿੱਥੇ ਉਹ ਛਿੱਟੇ ਪਏ ਸਨ, ਉਹ ਛਿੱਟੇ ਉਸ ਦੀ ਹੱਥ ਦੀ ਬਾਂਹ ਦੇ ਉੱਪਰ ਆ ਕੇ ਪੈ ਗਏ ਤੇ ਉਸਨੇ ਆਪਣੇ ਮੂੰਹ ਨਾਲ ਜਦੋਂ ਉਸਨੂੰ ਉਹ ਖੁਸ਼ਬੂ ਉਸਨੂੰ ਮਹਿਸੂਸ ਹੋਈ, ਉਸਨੇ ਉਸ ਨੂੰ ਚੱਖ ਲਿਆ। ਬਸ ਉਹ 2 ਬੂੰਦਾਂ ਪਾਣੀ ਦੀਆਂ ਕਹਿ ਲਓ ਵੀ ਲੈਣ ਦੀ ਹੀ ਲੋੜ ਸੀ। ਉਸਨੇ ਜਦੋਂ ਉਸਨੂੰ ਚੱਖਿਆ ਤਾਂ ਉਸਨੂੰ ਬ੍ਰਹਮ ਦਾ ਗਿਆਨ ਹੋ ਗਿਆ। ਉਸਦੇ ਅੰਦਰਲੇ ਜੋ ਕਪਾੜ ਸੀ ਸਾਰੇ ਖੁੱਲ੍ਹ ਗਏ। ਉਸਨੂੰ ਨਿਰੰਕਾਰ ਦੇ ਵਿੱਚ ਅਭੇਦ ਹੋਣ ਦਾ ਇਹੋ ਜਿਹਾ ਮੌਕਾ ਮਿਲ ਗਿਆ ਜਿਸ ਤੇ ਰਵਿਦਾਸ ਭਗਤ ਜੀ ਦੀ ਕਮਾਈ ਸੀ। ਸਾਰੇ ਹੀ ਰਾਜ ਦੇ ਵਿੱਚ ਇਹ ਗੱਲ ਰਾਜੇ ਤੱਕ ਚਲੀ ਗਈ ਕਿ ਧੋਬਣ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਹੈ। ਉਹ ਕਿਸੇ ਵੀ ਵਿਅਕਤੀ ਦਾ ਆਉਣ ਵਾਲਾ ਸਮਾਂ ਦੱਸ ਸਕਦੀ ਹੈ। ਉਹ ਜੋ ਵੀ ਕਹਿੰਦੀ ਹੈ ਉਹ ਸੱਚ ਹੋ ਜਾਂਦਾ ਹੈ। ਉਹ ਪ੍ਰਮਾਤਮਾ ਦਾ ਗਿਆਨ ਰੱਖਦੀ ਹੈ। ਪਤਾ ਨਹੀਂ ਐਡੀ ਬੜੀ ਕਿਰਪਾ ਉਸ ਤੇ ਕਿਸ ਤਰ੍ਹਾਂ ਹੋ ਗਈ। ਜਦੋਂ ਇਹ ਗੱਲ ਰਾਜੇ ਕੋਲ ਗਈ ਚਿਤੌੜਗੜ੍ਹ ਦੇ, ਤਾਂ ਉਸਨੇ ਕਿਹਾ ਕਿ ਮੈਨੂੰ ਇੱਕ ਵਾਰੀ ਧੋਬੀ ਦੀ ਘਰਵਾਲੀ ਨੂੰ ਮਿਲ ਕੇ ਪੁੱਛਣਾ ਚਾਹੀਦਾ ਹੈ ਕਿ ਉਸ ਤੇ ਕਿਰਪਾ ਕਿਸ ਤਰ੍ਹਾਂ ਹੋਈ। ਜਦੋਂ ਰਾਜਾ ਧੋਬੀ ਦੇ ਘਰ ਧੋਬਣ ਨੂੰ ਮਿਲਣ ਲਈ ਆਇਆ, ਕਿਉਂਕਿ ਧੋਬੀ ਦੀ ਘਰਵਾਲੀ ਨੂੰ ਤਾਂ ਗਿਆਨ ਹੋ ਗਿਆ ਸੀ ਕਿ ਇਹ ਰਵਿਦਾਸ ਭਗਤ ਜੀ ਦੀ ਕਮਾਈ ਹੈ ਜਿਸ ਦਾ ਮੇਰੇ ਤੇ ਅਸਰ ਹੋਇਆ ਹੈ। ਉਸਨੇ ਪੁੱਛਿਆ ਕਿ ਇਹ ਕਿਸ ਤਰ੍ਹਾਂ ਹੋਇਆ। ਧੋਬੀ ਦੀ ਘਰਵਾਲੀ ਨੇ ਕਿਹਾ ਕਿ ਰਾਜਨ, ਇਹ ਜੋ ਕਿਰਪਾ ਮੇਰੇ ਤੇ ਹੋਈ ਹੈ ਨਾ, ਇਹ ਅਸਲ ਕਿਰਪਾ ਤੇਰੇ ਤੇ ਹੋਣੀ ਸੀ, ਪਰ ਤੇਰਾ ਹੰਕਾਰ, ਜੋ ਤੇਰੀ ਭਾਵਨਾ ਸੀ ਉਹ ਇਸ ਦੇ ਯੋਗ ਨਹੀਂ ਸੀ। ਇਹ ਮੇਰੇ ਕਰਮਾਂ ਵਿੱਚ ਲਿਖਿਆ ਸੀ। ਪਰ ਹਾਂ, ਮੈਂ ਤੇਰਾ ਧੰਨਵਾਦ ਕਰਦੀ ਹਾਂ, ਇਹ ਤੇਰੇ ਤੇ ਜੋ ਕਿਰਪਾ ਹੋਣੀ ਸੀ ਸਤਿਗੁਰੂ ਨੇ ਮੇਰੇ ਤੇ ਕਰ ਦਿੱਤੀ। ਇਹ ਰਵਿਦਾਸ ਜੀ ਦੀ ਕਮਾਈ ਨਾਲ ਮੈਨੂੰ ਨਿਰੰਕਾਰ ਦਾ ਗਿਆਨ ਹੋਇਆ ਹੈ। ਰਾਜਾ ਹੱਕਾ ਬੱਕਾ ਰਹਿ ਗਿਆ ਤੇ ਉਸਨੂੰ ਪਛਤਾਵਾ ਹੋਇਆ। ਉਸਨੇ ਸੋਚਿਆ ਕਿ ਮੈਂ ਰਵਿਦਾਸ ਭਗਤ ਜੀ ਦੀ ਨਿਰਾਦਰੀ ਕੀਤੀ ਹੈ, ਮੈਨੂੰ ਦੁਬਾਰਾ ਜਾ ਕੇ ਉਹਨਾਂ ਕੋਲ ਮਾਫੀ ਮੰਗ ਲੈਣੀ ਚਾਹੀਦੀ ਹੈ। ਰਾਜੇ ਨੇ ਦੁਬਾਰਾ ਰਵਿਦਾਸ ਭਗਤ ਜੀ ਨੂੰ ਮਿਲਣ ਦਾ ਫੈਸਲਾ ਕੀਤਾ। ਜਦੋਂ ਦੁਬਾਰਾ ਰਾਜਾ ਰਵਿਦਾਸ ਭਗਤ ਜੀ ਦੇ ਘਰ ਉਹੀ ਕਾਨਿਆਂ ਦੀ ਛੱਤ ਦੇ ਥੱਲੇ ਜਾ ਕੇ ਬੈਠਿਆ, ਪਹਿਲਾਂ ਤਾਂ ਰਵਿਦਾਸ ਭਗਤ ਜੀ ਤੋਂ ਮਾਫੀ ਮੰਗਣ ਲੱਗ ਗਿਆ ਅਤੇ ਕਹਿਣ ਲੱਗਾ ਕਿ ਜੋ ਪਾਣੀ ਹੈ ਮਿੱਟੀ ਦੇ ਭਾਂਡੇ ਵਿੱਚ, ਇਹ ਮੈਨੂੰ ਛਕਾ ਦਿਓ। ਅੱਗੋਂ ਸਤਿਗੁਰੂ ਮਹਾਰਾਜ ਜੀ ਕਹਿੰਦੇ ਕਿ ਰਾਜਨ, ਉਹ ਸਮਾਂ ਲੰਘ ਚੁੱਕਾ ਹੈ, ਉਹ ਇੱਕ ਪਲ ਹੀ ਸੀ। ਉਸ ਸਮੇਂ ਤੇਰੇ ਤੇ ਕਿਰਪਾ ਹੋ ਜਾਣੀ ਸੀ, ਤੈਨੂੰ ਅਸੀਂ ਬ੍ਰਹਮ ਦਾ ਗਿਆਨ ਕਰਵਾ ਦੇਣਾ ਸੀ, ਆਪਣੀ ਕਮਾਈ ਅਸੀਂ ਤੈਨੂੰ ਦੇ ਰਹੇ ਸੀ, ਪਰ ਤੂੰ ਉਸ ਦੇ ਯੋਗ ਨਹੀਂ ਸੀ। ਇਸ ਲਈ ਜੇ ਹੁਣ ਤੂੰ ਇਹ ਪਾਣੀ ਦਾ ਪੂਰਾ ਵਾਟਾ ਵੀ ਪੀ ਲਏਗਾ ਨਾ, ਤੇਰੇ ਤੇ ਕੋਈ ਅਸਰ ਨਹੀਂ ਹੋਏਗਾ, ਕਿਉਂਕਿ ਉਹ ਸਮਾਂ ਲੰਘ ਗਿਆ। ਹੁਣ ਤੈਨੂੰ ਆਪਣੀ ਕਮਾਈ ਖੁਦ ਕਰਨੀ ਪਏਗੀ। ਰਾਜੇ ਨੂੰ ਬਹੁਤ ਪਛਤਾਵਾ ਹੋਇਆ ਜਦੋਂ ਉਸਨੇ ਮਾਫੀ ਮੰਗੀ ਤੇ ਫਿਰ ਆਪਣੀ ਰਿਆਸਤ ਵੱਲ ਨਾਮ ਲੈ ਕੇ ਚਲਾ ਗਿਆ। ਉਸਨੇ ਇੰਨੀ ਆਰਾਧਨਾ ਕੀਤੀ ਕਿ ਅੱਜ ਜੋ ਭਗਤ ਪੀਪਾ ਜੀ ਦੀ ਬਾਣੀ ਆਪਾਂ ਪੜ੍ਹਦੇ ਹਾਂ ਨਾ, ਉਹ ਰਾਜਾ ਹੀ ਅੱਜ
ਭਗਤ ਪੀਪਾ ਜੀ ਦੇ ਰੂਪ ਵਿੱਚ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਜੋ ਬਾਣੀ ਹੈ ਉਸ ਦੇ ਵਿੱਚ ਵਿਰਾਜਮਾਨ ਹੈ। ਸੋ ਸਾਖੀ ਦਾ ਮਤਲਬ ਮਕਸਦ ਸਿਰਫ ਇਹੀ ਹੈ ਕਿ ਅਸੀਂ ਜੋ ਰਵਿਦਾਸ ਭਗਤ ਜੀ ਨੇ ਆਪਣੀ ਗੁਰਬਾਣੀ ਦੇ ਵਿੱਚ ਕਿਹਾ, ਅਸੀਂ ਵੀ ਉਸ ਨੂੰ ਮੰਨੀਏ। ਜੋ ਸਾਡੇ ਅੰਦਰ ਊਚ ਨੀਚ, ਗਰੀਬ ਅਮੀਰ ਦਾ ਭੇਦ ਭਾਵ ਹੈ, ਇਸ ਨੂੰ ਦੂਰ ਕਰਕੇ ਉਸ ਇੱਕ ਨਿਰੰਕਾਰ, ਇੱਕ ਅਕਾਲ ਪੁਰਖ ਦੇ ਨਾਲ ਜੁੜਨਾ ਕਰੀਏ, ਤਾਂ ਜੋ ਸਾਡੀ ਜੋ ਰੂਹ ਹੈ, ਸਾਡੀ ਆਤਮਾ ਹੈ, ਉਹ ਪਵਿੱਤਰ ਹੋ ਜਾਵੇ, ਅਸੀਂ ਜਿਉਂਦੇ ਜੀ ਮੁਕਤ ਹੋ ਜਾਈਏ ਤੇ ਅਸੀਂ ਬਾਣੀ ਅਨੁਸਾਰ ਜੀਵਨ ਜੀਏ। ਸੋ ਭੁੱਲਾਂ ਚੁੱਕਾਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।